ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਅਸੀਂ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ ਆਪਣੀ ਵੈਬਸਾਈਟ ਦੇ ਨਾਲ, ਕਿਉਂਕਿ ਕਈ ਤਰੀਕੇ ਦੇ ਨਾਲ ਅਸੀਂ ਆਨਲਾਈਨ ਅਵੇਲੇਬਲ ਹੈਗੇ ਹਾਂ। ਸਾਡੀ ਵੈਬਸਾਈਟ ਹੈ, ਸਾਡੀ ਐਪ ਹੈ ਔਰ YouTube ਚੈਨਲ ਹੈ, ਟੈਲੀਗ੍ਰਾਮ 'ਤੇ ਹਾਂ, ਠੀਕ ਹੈ। ਇੱਦਾਂ ਦੇ ਕਈ ਸਾਰੇ ਮੀਡੀਆ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਤੁਹਾਡੇ ਤੱਕ ਆਪਣੀ ਜਿਹੜੀ ਇਨਫੋਰਮੇਸ਼ਨ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਅਸੀਂ ਥੋੜ੍ਹਾ ਜਿਹਾ ਇੱਕ ਵਿਊ ਲਵਾਂਗੇ ਆਪਣੀ ਵੈਬਸਾਈਟ ਦਾ, ਤਾਂ ਕਿ ਤੁਸੀਂ ਉੱਥੋਂ ਹੋਰ ਵੀ ਵਧੀਆ ਇਨਫੋਰਮੇਸ਼ਨ ਲੈ ਸਕੋ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਆਪਣੀ ਜਿਹੜੀ ਵੈਬਸਾਈਟ ਆ ਉਹਦਾ ਨਾਮ ਹੈ punjabi4ias.com, ਠੀਕ ਹੈ ਜੀ। ਔਰ ਇਹਦੇ ਤੇ ਤੁਸੀਂ ਕੀ ਦੇਖ ਸਕਦੇ ਹੋ, ਇਹ ਸਾਡੇ ਰਿਜ਼ਲਟਸ ਨੇ ਜਿਹੜੇ, ਉਹਨਾਂ ਦੀ ਕੁਝ ਕੁ ਰਿਜ਼ਲਟਸ ਦੀ ਸਲਾਈਡਸ ਨੇ ਜਿਹੜੀਆਂ ਉਹ ਮੂਵ ਕਰ ਰਹੀਆਂ ਨੇ। ਇਹਦੇ ਤੇ ਸਭ ਤੋਂ ਪਹਿਲਾਂ ਆਪਣੇ ਕੋਲੇ ਹੋਮ ਪੇਜ ਆ। ਦੂਸਰਾ ਫਰੀਕੁਐਂਟਲੀ ਆਸਕਡ ਕੁਐਸਚਨਸ, ਕਿਉਂਕਿ ਜਨਰਲੀ ਜਦੋਂ ਤੁਸੀਂ ਡਿਸਾਈਡ ਕਰਦੇ ਹੋ ਕਿ ਮੈਂ ਕਿਹੜਾ ਆਪਸ਼ਨਲ ਸਬਜੈਕਟ ਲਵਾਂ, ਜਦੋਂ ਪੰਜਾਬੀ ਲਿਟਰੇਚਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਦੋਂ ਕਈ ਸਾਰੇ ਡਾਊਟਸ ਜਿਹੜੇ ਹੁੰਦੇ ਉਹ ਸਾਡੇ ਮਾਈਂਡ ਦੇ ਵਿੱਚ ਆਉਂਦੇ ਆ। ਤੇ ਬੀਇੰਗ ਏ ਟੀਚਰ ਮੈਂ ਮਹਿਸੂਸ ਕਰਦਾ ਕਿ ਸਾਡੀ ਡਿਊਟੀ ਹੁੰਦੀ ਆ, ਹਰ ਇੱਕ ਟੀਚਰ ਦੀ ਡਿਊਟੀ ਹੈ ਕਿ ਉਹ ਬੱਚਿਆਂ ਤੱਕ ਸਹੀ ਇਨਫੋਰਮੇਸ਼ਨ ਪਹਿਲਾਂ ਦੇਵੇ, ਤਾਂ ਕਿ ਬੱਚਿਆਂ ਦਾ ਜਿਹੜਾ ਡਿਸੀਜ਼ਨ ਹੈ ਉਹ ਇਨਫੋਰਮਡ ਡਿਸੀਜ਼ਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਹੜਾ ਆਪਸ਼ਨਲ ਸਬਜੈਕਟ ਚੂਜ਼ ਕਰਨਾ। ਕਿਉਂਕਿ ਕੋਈ ਵੀ ਆਪਸ਼ਨਲ ਸਬਜੈਕਟ ਹੈ ਜਿਹੜਾ ਉਹ ਇਹ ਡਿਸਾਈਡ ਕਰਦਾ ਹੈ ਕਿ ਤੁਹਾਡੀ ਕਾਮਯਾਬੀ ਸੌਖੀ ਹੋਏਗੀ ਜਾਂ ਇੰਪੋਸੀਬਲ ਹੋਏਗੀ। ਤਾਂ ਉਹਦੇ ਵਾਸਤੇ ਕਈ ਸਾਰੇ ਫੈਕਟਰਸ ਨੇ। ਜਿੱਦਾਂ ਦੇ ਤੁਹਾਡੇ ਡਾਊਟਸ ਆਉਂਦੇ ਆ ਸਕਦੇ ਆ ਹਰ ਇੱਕ ਬੱਚੇ ਨੂੰ, ਉਹ ਅਸੀਂ ਕੋਸ਼ਿਸ਼ ਕੀਤੀ ਹੋਈ ਕਿ ਵੱਧ ਤੋਂ ਵੱਧ ਇੱਦਾਂ ਦੇ ਡਾਊਟਸ ਨੇ ਜਿਹੜੇ ਉਹ ਤੁਹਾਡੇ ਇੱਥੇ ਕਲੀਅਰ ਕਰੀਏ। ਔਰ ਤੁਸੀਂ ਮੈਂ ਤੁਹਾਨੂੰ ਜ਼ਰੂਰ ਇਹ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਤੁਸੀਂ ਇਹਦੇ ਤੇ ਇਸ ਆਪਸ਼ਨਲ ਸਬਜੈਕਟ ਬਾਰੇ ਡਿਸਾਈਡ ਕਰਨਾ, ਉਸ ਤੋਂ ਪਹਿਲਾਂ ਜਿਹੜੇ ਇਹ ਕੁਐਸਚਨ ਆਨਸਰਸ ਨੇ ਇਹਨਾਂ ਦੇ ਗੋ ਥਰੂ ਜ਼ਰੂਰ ਹੋਵੋ। ਬਾਕੀ ਇਸ ਤੋਂ ਬਿਨਾਂ ਵੀ ਤੁਹਾਡੇ ਕੋਈ ਵੀ ਡਾਊਟਸ ਨੇ, ਤੁਹਾਡੀਆਂ ਕੁਆਇਰੀਜ਼, ਯੂ ਆਰ ਆਲਵੇਜ਼ ਮੋਸਟ ਵੈਲਕਮ। ਤੁਸੀਂ ਕਿਸੇ ਵੀ ਵੇਲੇ ਸਾਨੂੰ ਕਾਲ ਕਰਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਔਰ ਤੁਸੀਂ ਪਹਿਲਾਂ ਆਪਣੇ ਡਾਊਟਸ ਕਲੀਅਰ ਕਰੋ, ਉਸ ਤੋਂ ਬਾਅਦ ਹੀ ਕਿਸੇ ਵੀ ਆਪਸ਼ਨਲ ਬਾਰੇ ਡਿਸਾਈਡ ਕਰੋ, ਕਿਸੇ ਦੇ ਕਹਿਣ ਤੇ ਡਿਸਾਈਡ ਨਾ ਕਰੋ, ਠੀਕ ਹੈ ਜੀ। ਸੋ ਇਹ ਸਾਡੇ ਕੋਲੇ ਜਿਹੜਾ ਫਰੀਕੁਐਂਟਲੀ ਆਸਕਡ ਕੁਐਸਚਨਸ ਦਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਡਾਊਨਲੋਡਸ ਇਹਦੇ ਵਿੱਚ ਅਸੀਂ ਦਿੱਤਾ ਹੈ। ਡਾਊਨਲੋਡਸ ਦੇ ਵਿੱਚ ਰਿਸੋਰਸਸ ਅਸੀਂ ਦਿੱਤੇ ਹੋਏ ਹੈ। ਉਹਦੇ ਵਿੱਚ ਸਾਡੇ ਕੋਲੇ ਹੈ ਬੁੱਕ ਲਿਸਟ। ਰਿਸੋਰਸਸ ਦੇ ਵਿੱਚ ਇੱਥੇ ਮੈਂ ਦੱਸਣਾ ਚਾਹਾਂਗਾ, ਸਭ ਤੋਂ ਪਹਿਲਾਂ ਸਾਡੇ ਕੋਲੇ ਪੰਜਾਬੀ ਲਿਟਰੇਚਰ ਦਾ ਸਿਲੇਬਸ ਹੈ। ਔਰ ਪੰਜਾਬੀ ਲਿਟਰੇਚਰ ਦਾ ਸਿਲੇਬਸ ਹੈ ਜਿਹੜਾ UPSC ਦੀ ਵੈਬਸਾਈਟ ਤੇ ਉਹ ਰੋਮਨ ਦੇ ਵਿੱਚ ਹੈ, ਇੰਗਲਿਸ਼ ਦੇ ਵਿੱਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਇੱਥੇ ਆਪਾਂ ਉਹ ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਦਿੱਤਾ ਹੋਇਆ। ਇਹ ਵੀ ਤੁਹਾਡੇ ਲਈ ਬਹੁਤ ਸਹੂਲਤ ਬਣੇਗੀ। ਦੂਸਰਾ ਹੈ ਮਹਾਨ ਕੋਸ਼। ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ, ਭਾਈ ਕਾਹਨ ਸਿੰਘ ਨਾਭਾ, ਇਹਨਾਂ ਦੇ ਨਾਮ ਤੋਂ ਲਗਭਗ ਮੇਰੇ ਖਿਆਲ 'ਚ ਅਸੀਂ ਸਾਰੇ ਹੀ ਜਾਣੂ ਹੋਵਾਂਗੇ। ਮਹਾਨ ਕੋਸ਼ ਕੀ ਹੈ? ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ। ਬੇਸਿਕਲੀ ਅਸੀਂ ਇਹਨੂੰ ਕਹਿ ਸਕਦੇ ਹਾਂ, ਜਿਵੇਂ ਆਮ ਭਾਸ਼ਾ 'ਚ ਕਹਾਂ ਤਾਂ ਇਹ ਸਾਡੀ ਪੰਜਾਬੀ ਭਾਸ਼ਾ ਦੀ ਡਿਕਸ਼ਨਰੀ ਹੈ, ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਬਦਾਂ ਦੇ ਅਰਥ ਮਿਲ ਜਾਣਗੇ। ਔਰ ਇਹ ਬਹੁਤ ਵੱਡੀ ਹੈ, ਹਾਰਡ ਕਾਪੀ ਤਾਂ ਇਹਦੀ, ਪਰ ਇੱਥੇ ਆਪਾਂ ਜਿਹੜਾ ਹੈਗਾ ਇਹਦੀ ਸੌਫਟ ਕਾਪੀ ਪਾਈ ਹੋਈ ਹੈ। ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਵੈਸੇ ਵੀ ਪੰਜਾਬੀ ਦੇ ਨਾਲ ਜਦੋਂ ਅਸੀਂ ਹਰ ਰੋਜ਼ਮਰਾ ਦੀ ਜ਼ਿੰਦਗੀ 'ਚ ਰੂਬਰੂ ਹੁੰਦੇ ਹਾਂ ਤਾਂ ਕੁਛ ਨਾ ਕੁਛ ਸ਼ਬਦ ਨੇ ਜਿਹੜੇ ਉਹਨਾਂ ਦੇ ਅਰਥ ਸਾਨੂੰ ਲੱਭਣੇ ਪੈਂਦੇ ਆ, ਤਾਂ ਇਹ ਤੁਹਾਨੂੰ ਬਹੁਤ ਮਦਦਗਾਰ ਸਾਬਤ ਹੋਏਗੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰਿਸੋਰਸਿਸ ਦੇ ਵਿੱਚ ਕੁਐਸਚਨ ਪੇਪਰਸ ਫॉर ਪ੍ਰੈਕਟਿਸ। ਕੁਝ ਕੁਐਸਚਨ ਪੇਪਰ ਅਸੀਂ ਦਿੱਤੇ ਹੋਏ ਆ ਜਿਹੜੇ ਤੁਹਾਡੀ ਪ੍ਰੈਕਟਿਸ ਵਾਸਤੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਰਾਈਟ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਈ ਵਾਰੀ ਬੱਚਿਆਂ ਦੇ ਕੁਐਸਚਨਸ ਹੁੰਦੇ ਆ ਕਿ ਨੋਟਸ ਕਿਵੇਂ ਮਿਲਦੇ ਆ ਜੀ, ਸਾਨੂੰ ਪਤਾ ਲੱਗੇ। ਤਾਂ ਅਸੀਂ ਕੁਝ ਸੈਂਪਲ ਪਾਏ ਹੋਏ ਆ ਨੋਟਸ ਦੇ, ਆਪਾਂ ਇਹਦੇ ਵਿੱਚ ਦੇਖਦੇ ਹਾਂ ਕੁਝ। ਜਿਵੇਂ ਆਪਾਂ ਕੋਈ ਵੀ ਖੋਲ ਲੈਂਦੇ ਹਾਂ ਨਵਾਂ ਸ਼ਿਵਾਲਾ ਤੇ, ਆਪਾਂ ਇਹਨੂੰ ਦੇਖ ਸਕਦੇ ਹਾਂ। ਇੱਥੋਂ ਆਪਾਂ ਇੱਥੋਂ ਡਾਊਨਲੋਡ ਦੇ ਵਿੱਚ ਚੱਲਦੇ ਹਾਂ। ਇਹ ਦੇਖੋ ਜੀ, ਇਸ ਤਰੀਕੇ ਨਾਲ ਪ੍ਰਿੰਟਡ ਮਟੀਰੀਅਲ ਹੈ ਜਿਹੜਾ ਤੁਹਾਨੂੰ ਬਕਾਇਦਾ ਟਾਈਪ ਕੀਤਾ ਹੋਇਆ, ਔਰ ਪ੍ਰਿੰਟਡ ਮਟੀਰੀਅਲ ਹੈ ਜਿਹੜਾ ਤੁਹਾਨੂੰ ਉਹ ਕਲਾਸ ਦੇ ਵਿੱਚ ਮਿਲਦਾ ਹੈਗਾ, ਠੀਕ ਹੈ ਜੀ। ਸੋ ਇਹ ਮਟੀਰੀਅਲ ਦੀ ਕੁਆਲਿਟੀ ਹੈ ਸਾਡੀ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਣਾ, ਰਾਈਟ। ਇਸ ਤੋਂ ਬਾਅਦ ਅਸੀਂ ਵਾਪਸ ਜਾਂਦੇ ਹਾਂ। ਆਪਾਂ 1 ਮਿੰਟ ਆਪਾਂ ਜਾਵਾਂਗੇ ਆਈ ਥਿੰਕ ਬਰਾਊਜ਼ਰ ਤੇ। 1 ਮਿੰਟ, ਜਸਟ 1 ਸੈਕਿੰਡ। ਹਾਂਜੀ, ਵਾਪਸ ਆਪਾਂ ਆ ਗਏ ਹਾਂ ਰਿਸੋਰਸਸ ਤੇ, ਠੀਕ ਹੈ ਜੀ। ਔਰ ਅਗਲੀ ਚੀਜ਼ ਜਿਹੜੀ ਹੈਗੀ ਆ ਉਹ ਹੈ ਕਿ ਅਕਸਰ ਨਾ 2 ਚੀਜ਼ਾਂ ਕਹੀਆਂ ਜਾਂਦੀਆਂ ਲਿਟਰੇਚਰ ਦੇ ਸੰਬੰਧ ਦੇ ਵਿੱਚ, ਕਿਉਂਕਿ ਨਾ ਇਹ ਸਾਡੀ ਆਪਣੀ ਮਾਤ ਭਾਸ਼ਾ ਦੇ ਵਿੱਚ ਹੈ।
ਇਹ ਸਾਡੀ ਮਾਤ ਭਾਸ਼ਾ ਦੇ ਵਿੱਚ ਹੈ। ਕਿਉਂਕਿ ਨਾ ਇਹ ਸਬਜੈਕਟ ਹੈ ਜਿਹੜਾ ਸਾਡੀ ਮਾਤ ਭਾਸ਼ਾ ਦੇ ਵਿੱਚ ਹੈ। ਕਈ ਵਾਰੀ ਨਾ ਸਾਡੇ ਅੰਦਰ ਇਹ ਮਿਸਕਨਸੈਪਸ਼ਨਸ ਵੀ ਬਣੀਆਂ ਹੁੰਦੀਆਂ ਕਿ ਜੀ ਬਹੁਤ ਸੌਖਾ ਹੈ, ਤੇ ਕਈ ਵਾਰੀ ਸਾਨੂੰ ਇਦਾਂ ਦੀਆਂ ਕੁਆਇਰੀਜ਼ ਆਉਂਦੀਆਂ ਕਿ ਸਾਰੇ ਤਾਂ ਬਹੁਤ ਔਖਾ ਹੈ। ਠੀਕ ਹੈ, ਤਾਂ ਨਾ ਤਾਂ ਕੋਈ ਚੀਜ਼ ਸੌਖੀ ਹੁੰਦੀ ਨਾ ਔਖੀ ਹੁੰਦੀ ਆ, ਉਹ ਸਾਡੇ ਐਟੀਟਿਊਡ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਹਨੂੰ ਵੇਖਦੇ ਕਿਸ ਨਜ਼ਰੀਏ ਦੇ ਨਾਲ ਹੈ। ਤਾਂ UPSC ਦੇ ਵਿੱਚ ਅਸੀਂ ਕੋਈ ਵੀ ਆਪਸ਼ਨ ਸਬਜੈਕਟ ਲੈਣੇ ਆ, ਉਹਦੇ ਵਾਸਤੇ ਬੜੀ ਸਾਇੰਟੀਫਿਕ ਅਪਰੋਚ ਚਾਹੀਦੀ ਹੁੰਦੀ ਹੈ। ਮੈਂ ਉਸੇ ਦੀ ਗੱਲ ਕਰਨ ਜਾ ਰਿਹਾ ਕਿ ਸਾਡਾ ਜਿਹੜਾ ਪੜ੍ਹਾਉਣ ਦਾ ਤਰੀਕਾ ਉਹ ਅਸੀਂ ਕਿਵੇਂ ਕਰਦੇ ਹਾਂ। ਜਿਹੜੀਆਂ ਵੀ ਚੀਜ਼ਾਂ ਸਾਨੂੰ ਕਿਤੇ ਲੱਗਦੀਆਂ ਕਿ ਅਸੀਂ ਉਹਨਾਂ ਨੂੰ ਪਿਕਚਰਾਈਜ਼ ਕਰ ਸਕਦੇ ਹਾਂ, ਕਿਸੇ ਗ੍ਰਾਫ ਦੇ ਵਿੱਚ ਲੈ ਕੇ ਆ ਸਕਦੇ ਹਾਂ, ਕਿਸੇ ਟੇਬਲ ਦੇ ਵਿੱਚ ਫਲੋ ਚਾਰਟ ਦੇ ਵਿੱਚ ਲੈ ਕੇ ਆ ਸਕਦੇ ਹਾਂ, ਤਾਂ ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਕੰਮ ਸੌਖਾ ਕਰਕੇ ਅਸੀਂ ਦਈਏ। ਸੋ ਇਹ ਚੀਜ਼ ਸਾਡੇ ਕੋਲੇ ਰਿਸੋਰਸਿਸ ਦੇ ਵਿੱਚ ਆਉਂਦੀ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਵਾਪਸ, ਆਪਾਂ ਡਾਊਨਲੋਡਸ ਦੇ ਵਿੱਚ ਹੀ ਸੀ। ਅੱਗੇ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਚੀਜ਼ ਇੱਥੇ ਦੱਸਣੀ ਚਾਹਣਾ ਹੈ, ਬੁੱਕ ਲਿਸਟ। ਜਨਰਲੀ ਕੀ ਹੁੰਦਾ ਹੈ ਕਿ ਦੋ ਚੀਜ਼ਾਂ ਨੇ ਕਿ ਕਈ ਵਾਰੀ ਬੱਚੇ ਸਾਨੂੰ ਕਾਲ ਕਰਦੇ ਆ ਕਿ ਸਰ ਸਾਨੂੰ ਬੁੱਕਸ ਦੱਸ ਦਿਓ ਕਿਹੜੀਆਂ ਕਿਤਾਬਾਂ ਤੋਂ ਅਸੀਂ ਆਪ ਤਿਆਰੀ ਕਰ ਸਕਦੇ ਹਾਂ। ਅਸੀਂ ਇੱਦਾਂ ਦੇ ਜਿਹੜੇ ਬੱਚੇ ਨੇ ਜਿਹੜੇ ਆਪ ਤਿਆਰੀ ਕਰ ਸਕਦੇ ਆ, ਉਹਨਾਂ ਦੇ ਕਰੇਜ਼ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ, ਅਸੀਂ ਉਹਨੂੰ ਸਲਿਊਟ ਕਰਦੇ ਹਾਂ ਕਿ ਉਹ ਆਪ ਐਫਰਟ ਕਰ ਰਹੇ ਆ। ਪਰ ਥੋੜ੍ਹਾ ਜਿਹਾ ਇੱਥੇ ਸਾਨੂੰ ਕੌਨਸ਼ੀਅਸ ਹੋਣ ਦੀ ਲੋੜ ਹੁੰਦੀ ਹੈ। ਜਿਵੇਂ ਇੱਥੇ ਜਿਹੜੀਆਂ ਕਿਤਾਬਾਂ ਨੇ, ਥੋੜ੍ਹਾ ਜਿਹਾ ਇਹ ਵਾਲਾ ਪੇਜ ਹੈ ਨਾ ਆਪਣਾ ਹੈਵੀ ਹੈ, ਥੋੜ੍ਹਾ ਜਿਹਾ ਇਹ ਟਾਈਮ ਲੈਂਦਾ ਖੁੱਲ੍ਹਣ ਦੇ ਵਿੱਚ, ਕਿਉਂਕਿ ਇੱਥੇ ਕਾਫੀ ਸਾਰੀਆਂ ਬੁੱਕਸ ਦਿੱਤੀਆਂ ਹੋਈਆਂ ਨੇ ਔਰ ਕੁਝ ਕੁ ਬੁੱਕਸ ਉਹ ਨੇ ਜਿਵੇਂ ਥੋੜ੍ਹੀਆਂ ਖੁੱਲ੍ਹ ਵੀ ਰਹੀਆਂ ਨੇ ਆਪਣੇ ਕੋਲੇ। ਥੋੜ੍ਹਾ ਜਿਹਾ ਸਲੋ ਹੈ ਇਹ, ਆਪਾਂ ਇਹਨੂੰ ਥੋੜ੍ਹਾ ਜਿਹਾ ਵੇਟ ਕਰਦੇ ਹਾਂ। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਕਿਤਾਬਾਂ ਆਉਂਦੀਆਂ ਨੇ ਜਿਹੜੀਆਂ ਇੱਥੇ ਦਿੱਤੀਆਂ ਹੋਈਆਂ। ਦਾ ਮੇਨ ਟਾਈਮ ਆਪਾਂ ਇਹ 'ਤੇ ਗੱਲ ਕਰਦੇ ਹਾਂ। ਇੱਕ ਤਾਂ ਕਿਤਾਬਾਂ ਉਹ ਨੇ ਜਿਹੜੀਆਂ ਸੈਕਿੰਡ ਪੇਪਰ ਦੇ ਵਿੱਚ UPSC ਸਿਲੇਬਸ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ। ਉਹਨਾਂ ਕਿਤਾਬਾਂ ਨੂੰ ਇੱਕ ਵਾਰੀ ਪੜ੍ਹਨਾ ਬਹੁਤ ਜ਼ਰੂਰੀ ਹੈ। 15-16 ਕਿਤਾਬਾਂ ਨੇ ਉਹ, ਔਰ ਬਹੁਤ ਛੋਟੀਆਂ-ਛੋਟੀਆਂ ਕਿਤਾਬਾਂ ਨੇ, ਸਿਰਫ 2-3 ਕਿਤਾਬਾਂ ਨੇ ਜਿਹੜੀਆਂ ਥੋੜ੍ਹੀਆਂ ਵੱਡੀਆਂ ਨੇ, ਬਾਕੀ ਕਿਤਾਬਾਂ ਛੋਟੀਆਂ ਹੀ ਨੇ। ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇੱਕ ਵਾਰੀ ਜਿਹਨੂੰ ਆਪਾਂ ਕਹਿੰਦੇ ਫਸਟ ਹੈਂਡ ਰੀਡਿੰਗ ਹੋਣੀ ਉਹਨਾਂ ਦੀ ਬਹੁਤ ਜ਼ਰੂਰੀ ਹੈ। ਇੱਕ ਤਾਂ ਆਪਾਂ ਉਹਨਾਂ ਦਾ ਜਿਹੜਾ ਕਵਰ ਪੇਜ ਆ ਉਹ ਇੱਥੇ ਦਿੱਤਾ ਹੋਇਆ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਮੈਂ ਜਿਵੇਂ ਦੱਸਾਂ ਸਾਡੇ ਸਰੋਤਾਂ ਵਿੱਚੋਂ ਕੁਝ ਕੁ ਤੇ ਇੱਕ ਝਾਤ ਜਿਨ੍ਹਾਂ ਦੇ ਆਧਾਰ ਤੇ ਤੁਹਾਡੀ ਕਾਮਯਾਬੀ ਲਈ ਸਿਰਫ 400 ਪੰਨਿਆਂ 'ਚ ਕੀਮਤੀ ਨੋਟਸ ਤਿਆਰ ਕੀਤੇ ਹਨ। ਇਹਦੇ ਵਿੱਚ ਸਾਡੇ ਕੋਲੇ ਕੀ ਹੈ, ਅਸਲ ਦੇ ਵਿੱਚ ਅਸੀਂ ਇੱਥੇ 150 ਕਿਤਾਬਾਂ ਦੀ ਲਿਸਟ ਇੱਥੇ ਦਿੱਤੀ ਹੋਈ ਹੈ। ਆਪਾਂ ਜੇ ਦੇਖੀਏ ਇੱਥੇ ਬਹੁਤ ਹੈਵੀ ਪੇਜ ਹੈ, ਇਹ ਟਾਈਮ ਲੱਗਦਾ ਹੈ ਇਹਨੂੰ ਖੁੱਲ੍ਹਣ ਤੇ ਇਹ ਦੇਖੋ ਜਿਵੇਂ ਇੱਥੇ ਆ ਰਹੀਆਂ ਕਿਤਾਬਾਂ, ਦੇਖੋ ਸਾਡੇ ਕੋਲੇ ਆਪਣੇ ਕੋਲੇ ਇਹ ਆ ਰਹੀਆਂ ਨੇ ਕਿਤਾਬਾਂ। ਜੇ ਆਪਾਂ ਇਹਨਾਂ ਨੂੰ ਮੂਵ ਕਰੀਏ ਤਾਂ ਸ਼ਾਇਦ ਇੱਥੇ ਹੋਰ ਵੀ ਇੱਥੇ ਨੀਚੇ ਵੀ ਆ ਰਹੀਆਂ ਨੇ ਕਿਤਾਬਾਂ ਆਪਣੇ ਕੋਲੇ। ਠੀਕ ਹੈ ਜੀ, ਤਾਂ ਇਹ ਮਿਨੀਮਮ ਟੂ ਮਿਨੀਮਮ ਜਿੰਨੀਆਂ ਕਿਤਾਬਾਂ ਸਾਨੂੰ ਇਹ ਲੱਗਦਾ ਹੈ ਕਿ ਕੋਈ ਬੱਚਾ ਆਪ ਪੜ੍ਹੇ ਤਾਂ ਉਹਦਾ ਕੋਈ ਸਕੋਰ ਬਣ ਸਕਦਾ ਹੈ, ਉਨੀਆਂ ਕਿਤਾਬਾਂ ਦਿੱਤੀਆਂ ਹੋਈਆਂ। ਠੀਕ ਹੈ ਜੀ, ਤੇ ਤੁਸੀਂ ਇੱਥੋਂ ਜਿਹੜੀਆਂ ਵੀ ਕਿਤਾਬਾਂ ਜੇ ਆਪ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇੱਥੋਂ ਉਹਨਾਂ ਕਿਤਾਬਾਂ ਦਾ ਰੈਫਰੈਂਸ ਲੈ ਸਕਦੇ ਹੋ ਤੁਸੀਂ। ਠੀਕ ਹੈ, ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਅਗਲਾ ਸਾਡੇ ਕੋਲੇ ਪੇਜ ਇਹਦੇ ਵਿੱਚ ਹੈ ਨਿਊਜ਼ਪੇਪਰ ਐਨਾਲਿਸਿਸ। ਬੱਚੇ ਅਕਸਰ ਇਹ ਸਾਨੂੰ ਪੁੱਛਦੇ ਹੈ ਕਿ ਸਰ ਜਦੋਂ ਅਸੀਂ ਪੰਜਾਬੀ ਲਿਟਰੇਚਰ ਆਪਟ ਕਰਦੇ ਹਾਂ ਤਾਂ ਕੀ ਉਦੋਂ ਸਾਨੂੰ ਨਿਊਜ਼ਪੇਪਰ ਰੂਟੀਨ ਦੇ ਵਿੱਚ ਪੜ੍ਹਨ ਦੀ ਜ਼ਰੂਰਤ ਹੈ? ਤਾਂ ਮੈਂ ਇੱਥੇ ਤੁਹਾਨੂੰ ਸੁਜੈਸਟ ਕਰਨਾ ਚਾਹਣਾ ਕਿ ਤੁਹਾਨੂੰ ਨਿਊਜ਼ਪੇਪਰ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਪੰਜਾਬੀ ਲਿਟਰੇਚਰ ਵਾਸਤੇ। ਨਿਊਜ਼ਪੇਪਰ ਜਿਵੇਂ ਪੰਜਾਬੀ ਟ੍ਰਿਬਿਊਨ ਹੈ, ਆਥੈਂਟਿਕ ਨਿਊਜ਼ਪੇਪਰ ਹੈ, ਅਜੀਤ ਹੈ, ਜਗਬਾਣੀ ਹੈ, ਹੋਰ ਵੀ ਇੱਦਾਂ ਦੇ ਕੁਝ ਨਿਊਜ਼ਪੇਪਰ ਹੈਗੇ ਹੈ। ਅਸੀਂ ਉਹਨਾਂ ਨਿਊਜ਼ਪੇਪਰ ਨੂੰ ਰੂਟੀਨ ਦੇ ਵਿੱਚ ਸਕੈਨ ਕਰਦੇ ਹਾਂ। ਤੁਹਾਡੇ ਸਿਲੇਬਸ ਦੇ ਨਾਲ ਜਿਹੜਾ ਕੋਈ ਮਟੀਰੀਅਲ ਉਹਦੇ ਵਿੱਚ ਸਾਨੂੰ ਲੱਗਦਾ ਕਿ ਉਹ ਵਰਦੀ ਮਟੀਰੀਅਲ ਹੈ, ਅਸੀਂ ਉਹਦੇ ਵਿੱਚੋਂ ਜਿਹੜਾ ਹੈਗਾ ਕਲਿੱਪ ਲੈ ਕੇ ਉਹ ਇਹਦੇ ਤੇ ਪਾ ਦਿੰਦੇ। ਜਿਵੇਂ ਜਸਵੰਤ ਸਿੰਘ ਨੇਕੀ ਸਾਨੂੰ ਸਿਲੇਬਸ ਦੇ ਵਿੱਚ ਕਵੀ ਨੇ। ਠੀਕ ਹੈ ਜੀ, ਬਸੰਤ ਪੰਚਮੀ ਬਨਾਮ ਬਸੰਤ ਰੁੱਤ ਪੰਜਾਬੀਓ ਪੰਜਾਬੀ ਅਪਣਾਓ ਪੰਜਾਬ ਨੂੰ ਬਚਾਓ। ਨਾਵਲਕਾਰ ਜਸਵੰਤ ਸਿੰਘ ਕੰਵਲ ਸਾਨੂੰ ਸਿਲੇਬਸ 'ਚ ਹੈ। ਭਾਸ਼ਾ ਦਾ ਮਿਆਰੀਕਰਨ ਮੀਨਸ ਸਟੈਂਡਰਡਾਈਜੇਸ਼ਨ ਉਹਦੀ, ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ। ਤਾਂ ਇੱਦਾਂ ਦੇ ਆਰਟੀਕਲ ਜਿਹੜੇ ਨਿਊਜ਼ਪੇਪਰ 'ਚ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਆ। ਠੀਕ ਹੈ, ਉਹਨਾਂ ਦੇ ਵਿੱਚ ਕੁਝ ਨਵੀਂ ਚੀਜ਼ ਹੁੰਦੀ ਹੈ ਤਾਂ ਅਸੀਂ ਉਹ ਇੱਥੇ ਅਪਡੇਟ ਕਰ ਦਿੰਦੇ ਹਾਂ ਬੱਚਿਆਂ ਵਾਸਤੇ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ, ਸਾਡੇ ਕੋਲੇ ਹੈ ਟੈਸਟ ਸੀਰੀਜ਼।
मैं इत्थे एक चीज़ क्लीयर करनी चाहना कि ਜਿਹੜੇ ਬੱਚੇ ਸਾਡਾ ਕੋਰਸ ਜੁਆਇਨ ਕਰਦੇ ਹੈ ਆਫਲਾਈਨ ਕਲਾਸਿਸ, ਉਹਨਾਂ ਦੀ ਵੈਲਿਡਿਟੀ ਲਾਈਫ ਟਾਈਮ ਹੁੰਦੀ ਹੈ। ਜਦੋਂ ਤੱਕ ਤੁਸੀਂ ਤਿਆਰੀ ਕਰਦੇ ਹੋ ਉਦੋਂ ਤੱਕ ਤੁਸੀਂ n ਨੰਬਰ ਆਫ ਟਾਈਮਸ ਮੇਰਾ ਬੈਚ ਰਿਪੀਟ ਕਰ ਸਕਦੇ ਹੋ, ਔਰ ਉਦੋਂ ਤੱਕ ਹੀ ਤੁਹਾਡੀ ਟੈਸਟ ਸੀਰੀਜ਼ ਚੱਲਦੀ ਹੈ। ਔਰ ਟੈਸਟ ਸੀਰੀਜ਼ ਜਿਹੜੀ ਉਹ ਵੀ ਕਸਟਮਾਈਜ਼ ਹੁੰਦੀ ਹੈ, ਮੀਨਸ ਜਦੋਂ ਤੁਹਾਡੇ ਕੋਲੇ ਟਾਈਮ ਅਵੇਲੇਬਲ ਹੁੰਦਾ ਹੈ ਉਦੋਂ ਤੁਸੀਂ ਸ਼ੁਰੂ ਕਰ ਸਕਦੇ ਹੋ। ਇੱਦਾਂ ਦਾ ਕੋਈ ਵੀ ਸਿਸਟਮ ਨਹੀਂ ਹੈ ਕਿ ਜੀ ਪੂਰੇ ਬੈਚ ਦੀ ਟੈਸਟ ਸੀਰੀਜ਼ ਸ਼ੁਰੂ ਹੋਏਗੀ, ਤੁਹਾਡਾ ਮਿਸ ਹੋ ਗਿਆ ਤੇ ਹੋ ਗਿਆ, ਨਹੀਂ, ਇੱਦਾਂ ਦਾ ਕੁਝ ਵੀ ਨਹੀਂ ਹੈ। ਠੀਕ ਹੈ, ਵੀ ਅੰਡਰਸਟੈਂਡ ਕਿ ਕੋਈ ਬੱਚਾ ਜੌਬ ਕਰ ਰਿਹਾ ਹੈ, ਕਿਸੇ ਦੀ ਨਾਲ ਕੁਝ ਅਕੈਡਮਿਕਸ ਦੀ ਸਟੱਡੀ ਚੱਲ ਰਹੀ ਹੈ, ਕਿਸੇ ਦੀ ਜਨਰਲ ਸਟੱਡੀਜ਼ ਦੀਆਂ ਕਲਾਸਾਂ ਚੱਲ ਰਹੀਆਂ ਨੇ, ਤਾਂ ਹਰ ਇੱਕ ਬੱਚੇ ਨੂੰ ਇੱਕ ਪਰਸਨਲ ਅਟੈਂਸ਼ਨ ਜ਼ਰੂਰੀ ਚਾਹੀਦੀ ਹੈ। ਇਹ ਸਿਵਲ ਸਰਵਿਸਿਜ਼ ਦਾ ਐਗਜ਼ਾਮ ਇੱਦਾਂ ਦਾ ਹੀ ਹੈ, ਤਾਂ ਅਸੀਂ ਉਸ ਰਿਸਪੌਂਸਿਬਿਲਿਟੀ ਨੂੰ ਨਿਭਾਉਣੇ ਆ, ਔਰ ਹਰ ਇੱਕ ਬੱਚੇ ਤੱਕ ਅਸੀਂ ਇਹ ਆਪਣੀ ਜ਼ਿੰਮੇਵਾਰੀ ਲੈ ਕੇ ਜਾਣੇ ਨਿਭਾਉਣੇ ਆ ਕਿ ਜਦੋਂ ਵੀ ਉਸ ਬੱਚੇ ਨੂੰ ਟਾਈਮ ਮਿਲਦਾ ਉਹਦੀ ਉਹ ਆਪਣੀ ਟੈਸਟ ਸੀਰੀਜ਼ ਸ਼ੁਰੂ ਕਰ ਲਵੇ। ਔਰ ਇਹਦੇ ਵਿੱਚ ਤੁਸੀਂ ਦੇਖੋਗੇ ਮੋਰ ਦੈਨ 75 ਕੁਐਸਚਨਸ ਵਰ ਫਰੋਮ ਆਵਰ ਟੈਸਟ ਸੀਰੀਜ਼। ਠੀਕ ਹੈ ਜੀ, ਸੋ ਇਹ ਸਾਡੇ ਕੋਲੇ ਜਿਹੜਾ ਹੈਗਾ ਇਹ। ਅੱਛਾ, ਮੈਂ ਇੱਥੇ ਇੱਕ ਚੀਜ਼ ਦੱਸਣੀ ਚਾਹਣਾ ਕਿ ਜਦੋਂ ਸਾਡੀ ਟੈਸਟ ਸੀਰੀਜ਼ ਚੱਲਦੀ ਉਹਦੇ ਵਿੱਚ 3 ਲੈਵਲ ਹੁੰਦੇ ਆ, ਫਸਟ ਲੈਵਲ, ਸੈਕੰਡ ਲੈਵਲ, ਥਰਡ ਲੈਵਲ। ਇਹ ਲੈਵਲਸ ਦੇ ਵਿੱਚ ਸਾਡੀ ਟੈਸਟ ਸੀਰੀਜ਼ ਹੁੰਦੀ ਹੈ। ਠੀਕ ਹੈ, ਅੱਗੇ ਸਾਡੇ ਕੋਲੇ ਇਹਦੇ ਵਿੱਚ ਜਿਹੜਾ ਹੈਗਾ ਟੈਸਟ ਸੀਰੀਜ਼ ਤੋਂ ਇਲਾਵਾ ਆਨਸਰ ਰਾਈਟਿੰਗ। ਇੱਥੇ ਮੈਂ ਇੱਕ ਚੀਜ਼ ਦੱਸਣੀ ਚਾਹਣਾ, ਤੁਸੀਂ ਇੱਕ ਚੀਜ਼ ਦੇਖੋਗੇ ਕਿ ਇੱਥੇ ਅਸੀਂ ਪ੍ਰੈਕਟਿਸ ਕੁਐਸਚਨਸ ਨੇ ਜਿਹੜੇ ਉਹ ਓਪਨਲੀ ਰੱਖੇ ਹੋਏ ਆ, ਇੱਕ ਲੰਬੀ ਲਿਸਟ ਕੁਐਸਚਨਸ ਦੀ ਰੱਖੀ ਹੋਈ ਆ ਆਪਾਂ। ਇਹਦੇ ਵਿੱਚ ਕੀ ਹੈ ਕਿ ਦੋਨੋਂ ਪੇਪਰਾਂ ਦੇ ਵਿੱਚ ਅੱਗੋਂ 2-2 ਸੈਕਸ਼ਨ ਨੇ। ਸੈਕਸ਼ਨ ਵਾਈਜ਼ ਪੇਪਰ 1 ਸੈਕਸ਼ਨ A, ਠੀਕ ਹੈ ਜੀ, ਪਹਿਲਾ ਟੌਪਿਕ ਹੈ, ਉਹਦੇ 5 ਕੁਐਸਚਨ ਪਾਏ ਹੋਏ ਆ ਪ੍ਰੈਕਟਿਸ ਦੇ ਲਈ। ਠੀਕ ਹੈ, ਤੁਸੀਂ ਇਹਨੂੰ ਕਲਿੱਕ ਕਰੋਗੇ, ਇਹਦੇ ਕੁਐਸਚਨ ਖੁੱਲ ਗਏ। ਅੱਗੋਂ ਕਿਸੇ ਵੀ ਟੌਪਿਕ ਨੂੰ ਆਪਾਂ ਕਲਿੱਕ ਕਰਾਂਗੇ, ਸਪੋਜ਼ ਅਸੀਂ ਕਲਿੱਕ ਕਰ ਲੈਂਦੇ ਹਾਂ ਕੋਈ ਵੀ ਟੌਪਿਕ ਆਪਾਂ ਕਲਿੱਕ ਕਰਦੇ ਹਾਂ, ਜਿਵੇਂ ਆਪਾਂ ਕਲਿੱਕ ਕਰਦੇ ਹਾਂ ਭਾਸ਼ਾ ਤੇ ਲਿਪੀ, ਇਹਦੇ ਕੁਐਸਚਨ ਖੁੱਲ ਗਏ। ਠੀਕ ਹੈ, ਇਹ ਬਹੁਤ ਬੇਸਿਕ ਕੁਐਸਚਨਸ ਨੇ ਜਿੱਥੇ ਅਸੀਂ ਚੈੱਕ ਕਰਦੇ ਹਾਂ ਬੱਚੇ ਦੀ ਕਨਸੈਪਚੁਅਲ ਕਲੈਰਿਟੀ ਹੈ, ਔਰ ਇਹਦੇ ਵਿੱਚੋਂ ਵੀ 15 ਤੋਂ 20% ਕੁਐਸਚਨ ਨੇ ਜਿਹੜੇ ਉਹ ਪੇਪਰ ਦੇ ਵਿੱਚ ਆਉਂਦੇ ਹੈ। ਠੀਕ ਹੈ ਜੀ, ਟੌਪਿਕ ਵਾਈਜ਼ ਜਿਵੇਂ ਤੁਹਾਡੇ ਸਿਲੇਬਸ ਦੇ ਵਿੱਚ ਟੌਪਿਕਸ ਮੈਂਸ਼ਨ ਨੇ ਉਸੇ ਤਰੀਕੇ ਦੇ ਨਾਲ ਇਹਨੂੰ ਸਿਸਟਮੈਟਿਕ ਵੇ ਦੇ ਵਿੱਚ ਆਪਾਂ ਇੱਥੇ ਰੱਖਿਆ ਹੋਇਆ। ਪੇਪਰ 1 ਸੈਕਸ਼ਨ B ਹੈ। ਠੀਕ ਹੈ ਜੀ, ਇਹ ਜਿਵੇਂ ਆਧੁਨਿਕ ਪ੍ਰਵਿਰਤੀਆਂ, ਇਹਦੇ ਕੁਐਸਚਨਸ ਪਏ ਹੈ। ਇਸ ਤੋਂ ਅੱਗੇ ਜਿਵੇਂ ਦੇਖੋ ਆਪਾਂ ਦੇਖਦੇ ਹਾਂ ਜਿਵੇਂ ਨਾਟਕ ਹੈ, ਨਾਟਕ ਤੇ ਨਾਲ ਰਿਲੇਟਡ ਇੱਥੇ ਕੁਐਸਚਨਸ ਪਏ ਹੋਏ ਆ ਸਾਡੇ ਕੋਲੇ, ਦੇਖੋ। ਠੀਕ ਹੈ, ਇਸੇ ਤਰੀਕੇ ਨਾਲ ਪੇਪਰ 2 ਸੈਕਸ਼ਨ A ਸ਼ੇਖ ਫਰੀਦ ਜੀ ਉਹਨਾਂ ਦੇ ਨਾਲ ਸੰਬੰਧਿਤ ਕੁਐਸਚਨ ਪਏ ਹੈ। ਜਪਜੀ, ਇੱਥੇ ਕਲਿੱਕ ਕਰਾਂਗੇ, ਜਪਜੀ ਸਾਹਿਬ ਦੇ 5 ਕੁਐਸਚਨ ਸਾਡੇ ਕੋਲੇ ਖੁੱਲ ਜਾਣਗੇ। ਹੀਰ ਵਾਰਿਸ ਕਲਿੱਕ ਕਰਾਂਗੇ, 5 ਕੁਐਸਚਨ ਅੱਗੇ ਹੀਰ ਵਾਰਿਸ ਦੇ ਖੁੱਲ ਜਾਣਗੇ। ਠੀਕ ਹੈ ਜੀ, ਇਸੇ ਤਰੀਕੇ ਨਾਲ ਪੇਪਰ 2 ਸੈਕਸ਼ਨ B ਟੌਪਿਕ ਵਾਈਜ਼ ਸਾਡੇ ਕੋਲੇ ਇਦਾਂ ਇਹ ਕੁਐਸਚਨਸ ਦੀ ਲਿਸਟ ਹੈ ਜਿਹੜੀ ਉਹ ਪਈ ਹੋਈ ਹੈ। ਰਾਈਟ, ਇਸ ਤੋਂ ਅੱਗੇ ਆਪਾਂ ਚੱਲਦੇ ਹੈਗੇ ਆਨਸਰ ਰਾਈਟਿੰਗ ਦੇ ਵਿੱਚ ਹੀ ਇੱਕ ਚੀਜ਼ ਹੈ ਸਬਮਿਟ ਅਸਾਈਨਮੈਂਟ। ਜਦੋਂ ਤੁਸੀਂ ਆਨਸਰ ਲਿਖ ਲਿਆ, ਇਹ ਸਾਡੇ ਸਟੂਡੈਂਟਸ ਵਾਸਤੇ ਅਸੀਂ ਇੱਕ ਫੀਚਰ ਦਿੱਤਾ ਹੋਇਆ, ਜਦੋਂ ਤੁਸੀਂ ਆਨਸਰ ਲਿਖ ਲਿਆ ਉਹਦੀ PDF ਕ੍ਰੀਏਟ ਕਰਨੀ ਆ ਔਰ ਵਿਦਿਨ ਮਿੰਟ ਤੁਸੀਂ ਇੱਥੇ ਅਪਲੋਡ ਕਰ ਦਿਓਗੇ। ਅਪਲੋਡ ਕਰੋਗੇ, ਸਾਡੇ ਕੋਲੇ ਪਹੁੰਚ ਜਾਏਗੀ, ਚੈੱਕ ਹੋ ਕੇ, ਅਸੀਂ 2 ਦਿਨ ਦਾ ਟਾਈਮ ਲੈਂਦੇ ਆ, ਚੈੱਕ ਹੋ ਕੇ ਵਾਪਸ ਉਹ ਤੁਹਾਡੇ ਕੋਲੇ ਆਏਗੀ ਔਰ ਉੱਥੇ ਹੀ ਤੁਹਾਡੀ ਮੇਲ ਦੇ ਵਿੱਚ ਮੈਂਸ਼ਨ ਹੋਏਗਾ ਕਿ ਤੁਹਾਡੀ ਫੀਡਬੈਕ ਦਾ ਟਾਈਮ ਕੀ ਆ। 1 to 1 ਤੁਹਾਡੀ ਫੀਡਬੈਕ ਹੁੰਦੀ ਹੈ। ਉਹ ਸਟੂਡੈਂਟ ਦੇ ਡਿਪੈਂਡ ਕਰਦਾ, ਉਹ ਟੈਲੀਫੋਨਿਕਲੀ ਫੀਡਬੈਕ ਲੈਣਾ ਚਾਹੁੰਦੇ ਆ, ਉਹ ਜ਼ੂਮ ਤੇ ਵੀਡੀਓ ਕਾਲ ਦੇ ਰਾਹੀਂ ਫੀਡਬੈਕ ਲੈਣਾ ਚਾਹੁੰਦੇ ਆ, ਉਹ ਇੰਸਟੀਟਿਊਟ ਵਿਜ਼ਿਟ ਕਰਕੇ ਫੀਡਬੈਕ ਲੈਣਾ ਚਾਹੁੰਦੇ, ਜਿਵੇਂ ਉਹ ਕੰਫਰਟੇਬਲ ਫੀਲ ਕਰਦੇ ਆ ਉਵੇਂ ਫੀਡਬੈਕ ਅਵੇਲੇਬਲ ਹੁੰਦੀ ਹੈ। ਰਾਈਟ, ਇਸ ਤੋਂ ਅੱਗੇ ਹੈ ਕੰਟੈਕਟ ਅਸ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਔਰ ਕੰਟੈਕਟ ਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਡਿਟੇਲ ਸਾਰੀ ਆਪਾਂ ਦਿੱਤੀ ਹੋਈ ਹੈ, ਜਿਹਦੇ ਵਿੱਚ ਆਪਣਾ ਇੰਸਟੀਟਿਊਟ ਦਾ ਐਡਰੈਸ ਵੀ ਹੈ, ਕੰਟੈਕਟ ਨੰਬਰਸ ਨੇ, ਈਮੇਲ ਹੈ, ਵੈਬਸਾਈਟ ਹੈ। ਠੀਕ ਹੈ, ਔਰ ਤੁਸੀਂ ਆਪਣੀ ਇਨਕੁਆਇਰੀ ਇੱਥੇ ਵੀ ਲਿਖ ਸਕਦੇ ਹੋ ਔਰ ਸਾਡੀ ਟੀਮ ਹੈ ਜਿਹੜੀ ਉਹ ਤੁਹਾਨੂੰ ਬੈਕ ਕਾਲ ਕਰਦੀ ਹੈ ਔਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪ੍ਰੋਵਾਈਡ ਕਰਦੀ ਹੈ। ਇਸ ਤੋਂ ਬਿਨਾਂ ਸਾਡੇ ਕੋਲੇ ਜਿਹੜੀ ਆਪਣੀ ਐਪ ਹੈ ਪੰਜਾਬੀ ਲਿਟਰੇਚਰ ਫॉर IAS, ਉਹ ਵੀ ਚੱਲ ਰਹੀ ਹੈ। ਠੀਕ ਹੈ ਜੀ, ਪਲੱਸ ਇੱਥੇ ਇੱਕ ਸਾਡੇ ਕੋਲੇ ਹੋਰ ਲਿੰਕ ਹੈ ਬਾਏ ਬੁੱਕ ਦਾ, ਕਿਉਂਕਿ PCS ਵਾਸਤੇ ਆਪਾਂ ਇੱਕ ਬੁੱਕ ਪਬਲਿਸ਼ ਕੀਤੀ ਸੀ, ਐਡਿਟ ਕੀਤੀ ਸੀ ਬੁੱਕ ਮੈਂ, ਉਹਦਾ 2nd ਐਡੀਸ਼ਨ ਲਾਸਟ PCS ਦੇ ਵੇਲੇ ਆਇਆ ਸੀ, ਉਹਦਾ ਵੀ ਤੁਸੀਂ ਇੱਥੋਂ ਆਰਡਰ ਕਰ ਸਕਦੇ ਹੋ। ਸੋ ਇਹ ਸਾਰਾ ਆਪਣੀ ਵੈਬਸਾਈਟ ਦੇ ਸੰਬੰਧ ਦੇ ਵਿੱਚ ਹੈ। ਔਰ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਤੁਹਾਡਾ ਜਿਹੜਾ ਡਿਸੀਜ਼ਨ ਹੈ ਪੰਜਾਬੀ ਲਿਟਰੇਚਰ ਲੈਣ ਦਾ ਉਹ ਇਨਫੋਰਮਡ ਡਿਸੀਜ਼ਨ ਹੋਣਾ ਚਾਹੀਦਾ। ਤੁਹਾਨੂੰ ਇਸ ਸਬਜੈਕਟ ਦੇ ਬਾਰੇ 'ਚ ਡਿਟੇਲ ਦੇ ਵਿੱਚ ਪਤਾ ਹੋਵੇ ਔਰ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਡਿਸੀਜ਼ਨ ਲੈਂਦੇ ਹੋ ਤਾਂ ਫਿਰ ਉਹਨੂੰ ਅਸੀਂ ਕਹਿਣਾ ਕਿ ਇੱਕ ਚਿੱਤ ਹੋ ਕੇ ਕੰਮ ਤੁਸੀਂ ਕਰ ਸਕਦੇ ਹੋ, ਫਿਰ ਉਹਦੇ 'ਚ ਸੈਲਫ ਡਾਊਟ ਨਹੀਂ ਆਉਂਦਾ ਔਰ ਫਿਰ ਤੁਸੀਂ ਉਹਦੇ ਵਿੱਚ ਵਧੀਆ ਤਰੀਕੇ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਆਪਣੀ ਪੂਰੀ ਇਨਪੁਟ ਦਿੰਦੇ ਹਾਂ,
ਤਾਂ ਫਿਰ ਉਹਦੇ ਰਿਜ਼ਲਟਸ ਵੀ ਵਧੀਆ ਆਉਂਦੇ ਨੇ। ਸੋ ਥੈਂਕ ਯੂ ਸੋ ਮਚ, ਆਲ ਦੀ ਵੈਰੀ ਬੈਸਟ।